बिस्मिल्लाहिर्रहमानिर्रहीम अस्सलाम वालेकुम। की हाल है तुहाडा? सब ठीक ठाक हो? शाम ਦੀ ਚਾਹ ਹੋਏ ਜਾਂ ਆ ਜਾਏ ਕੋਈ ਮਹਿਮਾਨ ਤੇ ਬਸ ਫਿਰ ਤੁਸੀਂ 5 ਮਿੰਟਸ ਬਣਾ ਕੇ ਇਸ ਕਮਾਲ ਦੀ ਰੈਸਿਪੀ ਨੂੰ ਦੇਵੋ। ਤੁਸੀਂ ਯਕੀਨ ਕਰੋ ਤੁਹਾਨੂੰ ਇਹ ਇੰਨੀ ਜ਼ਿਆਦਾ ਪਸੰਦ ਆਏਗੀ ਕਿਉਂਕਿ ਇਹ ਬਹੁਤ ਜ਼ਿਆਦਾ ਕ੍ਰਿਸਪੀ ਕਰੰਚੀ ਤੇ ਮਜ਼ੇਦਾਰ ਜੀ ਬਣਦੀ ਹੈ। ਤੇ ਬਿਨਾਂ ਟਾਈਮ ਜ਼ਾਇਆ ਕੀਤੇ ਆਪਾਂ ਆਪਣੀ ਇਸ ਵਧੀਆ ਜੀ ਰੈਸਿਪੀ ਨੂੰ ਬਣਾ ਲੈਂਦੇ ਹਾਂ। ਤੇ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲੇ ਆਪਾਂ ਇੱਥੇ ਲੈ ਲਵਾਂਗੇ 1 ਅਦਦ ਬੋਲ ਤੇ ਬੋਲ ਦੇ ਵਿੱਚ ਆਪਾਂ ਸ਼ਾਮਿਲ ਕਰ ਲਵਾਂਗੇ ਇੱਥੇ 1 ਕੱਪ ਮੈਦਾ। ਠੀਕ ਹੈ, ਕੋਈ ਵੀ ਘਰ 'ਚ ਤੁਸੀਂ ਕੱਪ ਹੋਏ ਜਾਂ ਕਟੋਰੀ ਹੋਏ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ। ਉਵੇਂ ਤਾਂ ਇੰਨੀ ਮਜ਼ੇਦਾਰ ਬਣਦੀ ਹੈ ਕਿ ਤੁਸੀਂ ਇਹਨੂੰ 2 ਕੱਪ ਮੈਦਾ ਵੀ ਲੈ ਸਕਦੇ ਹੋ। ਉਸ ਤੋਂ ਬਾਅਦ ਅਸੀਂ ਥੋੜ੍ਹੀ ਜਿਹੀ ਬਿਲਕੁਲ ਹੱਥ 'ਤੇ ਤੁਸੀਂ ਮਲ ਕੇ ਅਜਵਾਇਨ ਪਾ ਦੇਣੀ ਹੈ, ਹਲਕਾ ਜਿਹਾ ਬਿਲਕੁਲ ਤੁਸੀਂ ਇਹਦੇ ਵਿੱਚ ਨਮਕ ਪਾ ਦੇਣਾ। ਉਸ ਤੋਂ ਬਾਅਦ 3 ਚਮਚ ਤੁਸੀਂ ਕੁਕਿੰਗ ਆਇਲ ਹੋਏ ਉਹ ਪਾ ਲਿਆ ਜੇ ਘਿਓ ਹੋਏ ਤਾਂ ਤੁਸੀਂ ਉਹ ਪਾ ਲਿਆ ਜੇ। ਇਹਨਾਂ ਸਭ ਚੀਜ਼ਾਂ ਨੂੰ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਪਹਿਲੇ ਤਾਂ ਇਹਨਾਂ ਨੂੰ ਕਰ ਲੈਣਾ ਹੈ ਮਿਕਸ। ਜਦੋਂ ਤੁਸੀਂ ਦੇਖੋ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਵੇ ਤਾਂ ਤਮਾਮ ਆਟਾ ਜਿਹੜਾ ਉਹਨੂੰ ਘਿਓ ਚੰਗੀ ਤਰ੍ਹਾਂ ਲੱਗ ਗਿਆ, ਇੱਕ ਮੁੱਠੀ ਵਿੱਚ ਆਉਣ ਲੱਗ ਪਿਆ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਬਿਲਕੁਲ ਥੋੜ੍ਹਾ ਜਿਹਾ ਪਾਣੀ ਪਾ ਕੇ ਨਾ ਆਪਾਂ ਇਹਦਾ ਇੱਕ ਸਖਤ ਜਿਹਾ ਆਟਾ ਲਾ ਲਵਾਂਗੇ। ਕੋਸ਼ਿਸ਼ ਕਰੇ ਜੇ ਆਟਾ ਜਿਹੜਾ ਨਾ ਤੁਹਾਡਾ ਪਤਲਾ ਨਾ ਹੋਏ। ਠੀਕ ਹੈ, ਬਹੁਤ ਜ਼ਿਆਦਾ ਪਤਲਾ ਹੋਏਗਾ ਤੇ ਰੈਸਿਪੀ ਜਿਹੜੀ ਉਹ ਪਰਫੈਕਟ ਨਹੀਂ ਬਣੇਗੀ। ਬਸ ਥੋੜ੍ਹਾ ਜਿਹਾ ਆਪਾਂ ਸਖਤ ਆਟਾ ਲੈਣਾ। ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ। ਚੰਗੀ ਤਰ੍ਹਾਂ ਮੁੱਕੀ ਲਾ ਕੇ ਤੁਸੀਂ ਆਟੇ ਨੂੰ ਗੁੰਨ ਲਿਆ ਜੇ। ਗੁੰਨ ਕੇ ਤੇ ਫਿਰ ਆਪਾਂ ਇਹਨੂੰ ਰੱਖਣਾ ਹੈ ਰੈਸਟ 'ਤੇ ਘੱਟ ਤੋਂ ਘੱਟ ਵੀ ਇਹਨੂੰ 10 ਤੋਂ 12 ਮਿੰਟ ਲਈ ਰੱਖਣਾ ਹੈ ਕਿਉਂਕਿ ਮੈਦਾ ਹੈ ਤੇ ਮੈਦਾ ਜਿਹੜਾ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਥੋੜ੍ਹੀ ਦੇਰ ਰੈਸਟ 'ਤੇ ਨਹੀਂ ਰੱਖਦੇ ਉਨੀ ਦੇਰ ਤੱਕ ਉਹ ਅੱਛੀ ਤਰ੍ਹਾਂ ਸੈੱਟ ਨਹੀਂ ਹੁੰਦਾ। ਤੇ ਬਸ ਆਟਾ ਅਸੀਂ ਇੱਥੇ ਬਣਾ ਕੇ ਤਿਆਰ ਕਰ ਲਿਆ। ਹੁਣ ਅਸੀਂ ਇਹਨੂੰ ਰੱਖ ਦਾਂਗੇ ਰੈਸਟ 'ਤੇ ਘੱਟ ਤੋਂ ਘੱਟ 10 ਤੋਂ 15 ਮਿੰਟ ਵਾਸਤੇ। ਤੇ ਤਕਰੀਬਨ 15 ਮਿੰਟ ਇੱਥੇ ਸਾਨੂੰ ਕੰਪਲੀਟ ਹੋ ਚੁੱਕੇ ਨੇ। ਇੱਥੇ ਆਟਾ ਵੀ ਮਾਸ਼ਾਅੱਲਾ ਸਾਡਾ ਬਹੁਤ ਅੱਛੀ ਤਰ੍ਹਾਂ ਦੇਖ ਸਕਦੇ ਹੋ ਇੱਥੇ ਸੈੱਟ ਹੋ ਗਿਆ ਹੈ। ਹੁਣ ਆਪਾਂ ਇਹਦੇ ਬਣਾ ਲੈਣੇ ਨੇ ਪੇੜੇ। ਠੀਕ ਹੈ, ਪੇੜੇ ਜਿਹੜੇ ਨੇ ਇੱਥੇ ਤਕਰੀਬਨ ਮੈਂ 3 ਅਦਦ ਬਣਾਵਾਂਗੀ। 3 ਅਦਦ ਥੋੜ੍ਹੇ ਜਿਹੇ ਅੱਛੀ ਤਰ੍ਹਾਂ ਤੁਸੀਂ ਥੋੜ੍ਹੇ ਜਿਹੇ ਸਖਤ ਹੱਥ ਦੇ ਨਾਲ ਤੁਸੀਂ ਇਹਦੇ 3 ਅਦਦ ਪੇੜੇ ਬਣਾ ਲੈਣੇ। 3 ਅਦਦ ਪੇੜੇ ਬਣਾ ਕੇ ਹੁਣ ਆਪਾਂ ਇਹਦੇ ਵਿੱਚੋਂ ਲੈ ਲਵਾਂਗੇ 1 ਅਦਦ ਪੇੜਾ। ਕੋਸ਼ਿਸ਼ ਕਰੋ ਜਦੋਂ ਤੁਸੀਂ ਪੇੜੇ ਬਣਾ ਲਓ ਨਾ ਤਾਂ ਇਹਨਾਂ ਨੂੰ 1 ਤੋਂ 2 ਮਿੰਟ ਲਈ ਇਹਨਾਂ ਨੂੰ ਵੀ ਰੱਖ ਦਿਆ ਜੇ। ਜਦ ਤੱਕ ਜਿਹੜੇ ਪੇੜੇ ਨੇ ਉਹ ਸੈੱਟ ਹੁੰਦੇ ਨੇ ਨਾ ਇੱਥੇ ਆਪਾਂ 1 ਚਮਚ ਮੈਦਾ ਲੈ ਲੈਣਾ। ਇਹਦੇ ਵਿੱਚ 3 ਚਮਚ ਜਾਂ 2 ਚਮਚ ਤੁਸੀਂ ਵਿੱਚ ਪਾ ਲਿਆ ਜੇ ਕੁਕਿੰਗ ਆਇਲ ਉਹ ਪਾ ਲਿਆ ਜੇ, ਨਹੀਂ ਤਾਂ ਤੁਸੀਂ ਵਿੱਚ ਥੋੜ੍ਹਾ ਜਿਹਾ ਘਿਓ ਪਾ ਲਿਆ ਜੇ। ਪਾ ਕੇ ਇਸ ਤਰ੍ਹਾਂ ਦੀ ਤੁਸੀਂ ਜ਼ਬਰਦਸਤੀ ਦੀ ਸਲਰੀ ਬਣਾ ਲੈਣੀ। ਹੁਣ ਆਪਾਂ ਇੱਥੇ ਲੈ ਲਿਆ ਇਹ ਤਕਰੀਬਨ 1 ਪੇੜਾ ਲੈ ਲੈਣਾ। ਇਹਨੂੰ ਤੁਸੀਂ ਬੇਲਣੀ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਇਹਦੀ ਬਿਲਕੁਲ ਪਤਲੀ ਜੀ ਤੁਸੀਂ ਰੋਟੀ ਬੇਲ ਲੈਣੀ ਹੈ। ਆਹ ਦੇਖੋ ਇਸ ਤਰ੍ਹਾਂ ਤੁਸੀਂ ਜਦੋਂ ਇਹਦੀ ਪਤਲੀ ਜੀ ਰੋਟੀ ਬੇਲ ਲਓ ਤਾਂ ਇਸ ਰੋਟੀ ਨੂੰ ਆਪਾਂ ਇੱਕ ਸਾਈਡ 'ਤੇ ਰੱਖਾਂਗੇ। ਸੇਮ ਇਸੇ ਤਰ੍ਹਾਂ ਜਿਹੜੀਆਂ ਬਾਕੀ ਨੇ ਨਾ ਆਪਣੇ ਕੋਲ ਪੇੜੇ ਨੇ ਉਹਨਾਂ ਸਭ ਦੀਆਂ ਆਪਾਂ ਰੋਟੀਆਂ ਜਿਹੜੀਆਂ ਨਾ ਉਹ ਬੇਲ ਕੇ ਤੇ ਇੱਥੇ ਰੱਖ ਲੈਣੀਆਂ ਨੇ। ਆਹ ਦੇਖੋ ਇਸ ਤਰ੍ਹਾਂ ਕੋਸ਼ਿਸ਼ ਕਰ ਰਹੇ ਕਿ ਸਭ ਦਾ ਸਾਈਜ਼ ਜਿਹੜਾ ਨਾ ਉਹ ਸੇਮ ਹੀ ਹੋਵੇ। ਇੱਥੇ ਅਸੀਂ ਰੋਟੀਆਂ ਸਾਰੀਆਂ ਬੇਲ ਲਈਆਂ ਨੇ। ਦੇਖੋ ਇੱਕ ਅਸੀਂ ਨੀਚੇ ਰੱਖੀ, 2 ਅਦਦ ਸਾਡੇ ਕੋਲ ਰੋਟੀਆਂ ਇੱਧਰ ਨੇ। ਹੁਣ ਆਪਾਂ ਕਰਾਂਗੇ ਐਵੇਂ ਕਿ ਜਿਹੜੀ ਆਪਾਂ ਸਲਰੀ ਬਣਾ ਕੇ ਰੱਖੀ ਸੀ ਨਾ ਉਹ ਸਲਰੀ ਜਿਹੜੀ ਨਾ 1 ਚਮਚ ਆਪਾਂ ਇਹਦੇ ਉੱਤੇ ਪਾਵਾਂਗੇ। ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਰੋਟੀ ਦੇ ਉੱਤੇ ਫੈਲਾ ਲੈਣਾ ਤਾਂ ਕਿ ਤਮਾਮ ਤੁਸੀਂ ਕੋਸ਼ਿਸ਼ ਕਰਨੀ ਕਿ ਕੋਰਨਰ ਜਿਹੜੇ ਨੇ ਨਾ ਉੱਥੇ ਵੀ ਚੰਗੀ ਤਰ੍ਹਾਂ ਸਲਰੀ ਜਿਹੜੀ ਹੈ ਨਾ ਉਹ ਲੱਗ ਜਾਵੇ। ਫੈਲਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਉੱਤੇ ਰੋਟੀ ਰੱਖ ਲੈਣੀ। ਰੋਟੀ ਰੱਖ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਪ੍ਰੈਸ ਕਰ ਲੈਣਾ। ਫਿਰ ਦੁਬਾਰਾ ਇਹਦੇ ਉੱਤੇ ਆਪਾਂ 1 ਚਮਚ ਜਿਹੜਾ ਨਾ ਸਲਰੀ ਪਾ ਦੇਣੀ ਹੈ। ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹੁਣ ਜਿਹੜੀ ਆਪਾਂ ਤੀਸਰੀ ਰੋਟੀ ਬਣਾ ਕੇ ਰੱਖੀ ਸੀ ਇਹਨੂੰ ਇਹਦੇ ਉੱਤੇ ਪਾਵਾਂਗੇ। ਪਾਉਣ ਤੋਂ ਬਾਅਦ ਪਹਿਲੇ ਤਾਂ ਹੱਥ ਦੀ ਮਦਦ ਦੇ ਨਾਲ ਤੁਸੀਂ ਇਹਨਾਂ ਨੂੰ ਸਾਈਡਾਂ ਨੂੰ ਚੰਗੀ ਤਰ੍ਹਾਂ ਫਿਕਸ ਕਰ ਲਿਆ ਜੇ। ਉਸ ਤੋਂ ਬਾਅਦ ਆਪਾਂ ਇੱਥੇ ਲੈ ਲਵਾਂਗੇ ਬੇਲਣੀ ਤੇ ਬੇਲਣੀ ਦੀ ਮਦਦ ਦੇ ਨਾਲ ਆਪਾਂ ਇਸ ਰੋਟੀ ਨੂੰ ਬੇਲਣਾ ਹੈ ਥੋੜ੍ਹਾ ਜਿਹਾ ਵੱਡਾ, ਕਾਫੀ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ। ਠੀਕ ਹੈ, ਬਸ ਦਰਮਿਆਨਾ ਜਿਹਾ ਤੁਸੀਂ ਐਵੇਂ ਹਲਕੀ ਜਿਹੀ ਬਿਲਕੁਲ ਮੋਟੀ ਰੋਟੀ ਹੋਏ ਲੇਕਿਨ ਥੋੜ੍ਹੀ ਜਿਹੀ ਵੱਡੀ ਬਣ ਜਾਏਗੀ ਕਿਉਂਕਿ ਇਸ ਦੇ ਤਕਰੀਬਨ ਸਾਰਾ ਆਟਾ ਹੀ ਹੁਣ ਇਹਦੇ ਨਾਲ ਨਾ ਰਲ ਗਿਆ ਵੇ। ਤੇ ਇੱਥੇ ਦੇਖ ਸਕਦੇ ਹੋ ਰੋਟੀ ਅਸੀਂ ਚੰਗੀ ਤਰ੍ਹਾਂ ਬੇਲ ਕੇ ਰੱਖ ਲਈ ਹੈ। ਬੇਲਣ ਤੋਂ ਬਾਅਦ ਹੁਣ ਆਪਾਂ ਇੱਥੇ ਲੈ ਲਵਾਂਗੇ 1 ਅਦਦ ਕਟਰ ਲੈ ਲਓ ਜਾਂ ਤੁਸੀਂ ਭਾਵੇਂ ਛੁਰੀ ਲੈ ਲਵੋ। ਲੈਣ ਤੋਂ ਬਾਅਦ ਹੁਣ ਤੁਸੀਂ ਇਹਦੀਆਂ ਜਿਹੜੀਆਂ ਸਾਈਡਾਂ ਨੇ ਨਾ ਇਹਨਾਂ ਨੂੰ ਤੁਸੀਂ ਲਾ ਲੈਣਾ ਵੇ ਤੇ ਸਾਈਡਾਂ ਵੀ ਜ਼ਾਇਆ ਨਹੀਂ ਕਰਨੀਆਂ ਹੈ। ਜਦੋਂ ਆਪਾਂ ਇਹਨੂੰ ਫਰਾਈ ਕਰਾਂਗੇ ਨਾ ਤੇ ਇਹਨਾਂ ਨੂੰ ਵੀ ਤੁਸੀਂ ਫਰਾਈ ਕਰ ਲਵੋ। ਇਹ ਵੀ ਬੜੀਆਂ ਹੀ ਮਜ਼ੇ ਦੀਆਂ ਲੱਗਦੀਆਂ ਨੇ। ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਕਟਰ ਲੈ ਲਓ ਜਾਂ ਛੁਰੀ, ਜਿਹੜੀ ਤੁਹਾਡੇ ਕੋਲ ਸਹੂਲਤ ਨਾਲ ਚੀਜ਼ ਮੌਜੂਦ ਹੋਏ ਨਾ ਤੇ 1 ਇੰਚ ਦੇ ਫਾਸਲੇ ਦੇ ਨਾਲ ਆਪਾਂ ਐਵੇਂ ਕਰਕੇ ਕੱਟ ਲਾ ਲੈਣੇ ਨੇ। ਚੰਗੀ ਤਰ੍ਹਾਂ ਕੱਟ ਲਾਵਾਂਗੇ। ਤਮਾਮ ਕੱਟ ਇੱਕ ਸਾਈਡ ਤੋਂ ਲਾਉਣ ਤੋਂ ਬਾਅਦ ਹੁਣ ਦੂਸਰੀ ਸਾਈਡ ਤੋਂ ਵੀ ਸੇਮ 1 ਇੰਚ ਦੇ ਫਾਸਲੇ ਨਾਲ ਆਪਾਂ ਕੱਟ ਲਾ ਲਵਾਂਗੇ। ਉਵੇਂ ਜੇ ਤੁਸੀਂ ਚਾਹੋ ਨਾ ਤੇ ਥੋੜ੍ਹੇ ਜਿਹੇ ਤੁਸੀਂ ਵੱਡੇ ਕੱਟ ਵੀ ਲਾ ਸਕਦੇ ਹੋ। ਕੋਈ ਹੋਰ ਡਿਜ਼ਾਈਨ ਵੀ ਬਣਾ ਸਕਦੇ ਹੋ। ਜਿਵੇਂ ਅਕਸਰ ਥੋੜ੍ਹੇ ਜਿਹੇ ਰਿੰਗ ਵਗੈਰਾ ਆਉਂਦੇ ਨੇ ਨਾ, ਕੋਈ ਫਲਾਵਰ ਸ਼ੇਪ ਦਾ ਹੁੰਦਾ, ਕੋਈ ਹਾਰਟ ਸ਼ੇਪ ਦਾ ਹੁੰਦਾ, ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਤੇ ਆਹ ਵੇਖ ਸਕਦੇ ਹੋ ਮਾਸ਼ਾਅੱਲਾ ਕਿੱਡੀਆਂ ਸੋਹਣੀਆਂ ਇਹਦੀਆਂ ਢੇਰ ਸਾਰੀਆਂ ਲੇਅਰ ਜਿਹੜੀਆਂ ਨਾ ਬਣ ਕੇ ਤੇ ਤਿਆਰ ਹੋ ਗਈਆਂ ਨੇ। ਹੁਣ ਥੋੜ੍ਹਾ ਜਿਹਾ ਆਪਾਂ ਇਹਨੂੰ ਹਲਕਾ ਜਿਹਾ ਫਿਰ ਡਿਜ਼ਾਈਨ ਦੇਵਾਂਗੇ। ਐਵੇਂ ਚਮਚ ਲੈ ਕੇ ਹਲਕਾ ਜਿਹਾ ਪ੍ਰੈਸ ਕਰਿਆ ਤੇ ਆਹ ਦੇਖੋ ਐਵੇਂ ਹਲਕਾ ਜਿਹਾ ਇਹਦੇ ਵਿੱਚ ਨਾ ਥੋੜ੍ਹਾ ਜਿਹਾ ਖੰਭ ਬਣ ਜਾਵੇਗਾ। ਇਹਦੇ ਨਾਲ ਨਾ ਇਹ ਖੁੱਲਣਗੀਆਂ ਨਹੀਂ ਹੈ ਬਲਕਿ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਦੇ ਨਾਲ ਨੇ ਐਵੇਂ ਹੀ ਰਹਿਣਗੀਆਂ ਤੇ ਬਹੁਤ ਜ਼ਿਆਦਾ ਸੋਹਣੀਆਂ ਲੱਗਣਗੀਆਂ। ਅਸੀਂ ਇੱਥੇ ਸਾਰੀਆਂ ਬਣਾ ਲਈਆਂ ਨੇ। ਬਣਾ ਕੇ ਅਸੀਂ ਤਿਆਰ ਕਰ ਲੈਣਾ। ਸਭ ਨੂੰ ਅਸੀਂ ਕੱਢ ਲੈਣਾ ਪਲੇਟ ਦੇ ਵਿੱਚ। ਪਲੇਟ ਵਿੱਚ ਰੱਖਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਕਰ ਲਵਾਂਗੇ ਫਰਾਈ। ਆਹ ਦੇਖ ਸਕਦੇ ਹੋ ਮਾਸ਼ਾਅੱਲਾ ਤਮਾਮ ਜਿਹੜੀਆਂ ਨੇ ਬਣ ਕੇ ਤਿਆਰ ਹੋ ਗਈਆਂ ਨੇ। ਘਿਓ ਇੱਥੇ ਲੈ ਲਿਆ। ਘਿਓ ਨੂੰ ਚੰਗੀ ਤਰ੍ਹਾਂ ਤੁਸੀਂ ਪਹਿਲੇ ਗਰਮ ਕਰ ਲੈਣਾ। ਉਸ ਤੋਂ ਬਾਅਦ ਬਿਲਕੁਲ ਹਲਕੀ ਜਿਹੀ ਫਲੇਮ ਦੇ ਉੱਤੇ, ਜਿਹਨੂੰ ਆਪਾਂ ਕਹਿੰਦੇ ਨਾ ਦਮ ਵਾਲੀ ਫਲੇਮ,
ਉਹਦੇ ਉੱਤੇ ਤੁਸੀਂ ਘਿਓ ਨੂੰ ਰੱਖ ਦੇਣਾ, ਕਿਉਂਕਿ ਤੁਸੀਂ ਇਹ ਤੇਜ਼ ਅੱਗ ਦੇ ਉੱਤੇ ਇਹਨਾਂ ਨੂੰ ਫਰਾਈ ਨਹੀਂ ਕਰਨਾ। ਤੇਜ਼ ਅੱਗ 'ਤੇ ਫਰਾਈ ਕਰੋਗੇ ਤੇ ਬਹੁਤ ਜ਼ਿਆਦਾ ਜਲਦੀ ਜਲ ਜਾਣਗੀਆਂ, ਫਿਰ ਇਹ ਜਿਹੜੀਆਂ ਨਾ ਕ੍ਰਿਸਪੀ ਕਰੰਚੀ ਨਹੀਂ ਬਣਨਗੀਆਂ। ਜੇ ਤੁਸੀਂ ਹਲਕੀ ਅੱਗ 'ਤੇ ਪਕਾਓਗੇ ਨਾ ਤਾਂ ਇਹ ਬਹੁਤ ਜ਼ਿਆਦਾ ਕ੍ਰਿਸਪੀ ਕਰੰਚੀ ਅਤੇ ਮਜ਼ੇਦਾਰ ਜਿਹੀਆਂ ਬਣ ਕੇ ਤੇ ਤਿਆਰ ਹੋਣਗੀਆਂ। ਤੇ ਬਸ ਹੁਣ ਦਰਮਿਆਨੀ ਜਿਹੀ ਅੱਗ 'ਤੇ ਇਹਨੂੰ ਆਪਾਂ ਪਕਾ ਲੈਣਾ। ਜਦੋਂ ਤੁਸੀਂ ਦੇਖੋਗੇ ਦੋਨੋਂ ਸਾਈਡਾਂ ਦਾ ਕਲਰ ਬੜਾ ਸੋਹਣਾ ਗੋਲਡਨ ਬਰਾਊਨ ਹੋ ਗਿਆ, ਤੇ ਫਿਰ ਆਪਾਂ ਇਹਨਾਂ ਸਭ ਨੂੰ ਇਹਦੇ ਵਿੱਚੋਂ ਕੱਢ ਲਵਾਂਗੇ। ਤੇ ਆਹ ਦੇਖ ਸਕਦੇ ਹੋ ਮਾਸ਼ਾਅੱਲਾ ਕਿੰਨਾ ਪਿਆਰਾ ਜਿਹਾ ਕਲਰ ਆ ਗਿਆ। ਤੇ ਸੇਮ ਐਵੇਂ ਹੀ ਆਪਾਂ ਜਿਹੜਾ ਨੈਕਸਟ ਪੈਜ ਹੈ ਨਾ ਉਹਨੂੰ ਤਿਆਰ ਕਰ ਲਵਾਂਗੇ। ਤੇ ਇੱਥੇ ਲੈ ਲਿਆ ਅਸੀਂ ਇੱਥੇ 1 ਅਦਦ ਪੈਨ 'ਚ ਸ਼ਾਮਿਲ ਕਰਾਂਗੇ 1 ਕੱਪ ਪਾਣੀ, ਅੱਧਾ ਕੱਪ ਆਪਾਂ ਚੀਨੀ ਪਾ ਦੇਵਾਂਗੇ। ਚੀਨੀ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਵਾਂਗੇ। ਜਿਵੇਂ ਚੀਨੀ ਹਲਕੀ ਜਿਹੀ ਮੈਲਟ ਹੋਏਗੀ ਤੇ ਆਪਾਂ ਇਹਦੇ ਵਿੱਚ 2 ਤੋਂ 3 ਸਬਜ਼ ਇਲਾਇਚੀ ਪਾ ਦਾਂਗੇ, ਬੜੀ ਪਿਆਰੀ ਖੁਸ਼ਬੂ ਆਏਗੀ। ਹਲਕਾ ਜਿਹਾ ਫਿਰ ਇਹਨੂੰ ਮਿਕਸ ਕਰਾਂਗੇ। ਚੀਨੀ ਜਦੋਂ ਤੁਸੀਂ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ, 2 ਤੋਂ 3 ਬੋਇਲ ਆ ਗਏ ਆ, 2 ਕਤਰੇ ਕੇਵੜਾ ਐਸੈਂਸ ਦੇ ਪਾਵਾਂਗੇ ਤੇ ਸ਼ੀਰੇ ਨੂੰ ਠੰਡਾ ਕਰ ਲੈਣਾ। ਠੀਕ ਹੈ, ਠੰਡਾ ਕਰਨ ਤੋਂ ਬਾਅਦ ਜਿਹੜੀਆਂ ਆਪਾਂ ਬਣਾ ਕੇ ਰੱਖੀਆਂ ਸੀ ਨਾ ਕ੍ਰਿਸਪੀ ਕਰੰਚੀ ਜਿਹੀਆਂ, ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ। ਹੁਣ ਪਾ ਕੇ ਤੁਸੀਂ ਇਹਨਾਂ ਨੂੰ ਵਿੱਚ ਛੱਡਣਾ ਨਹੀਂ ਹੈ, ਠੀਕ ਹੈ, ਯਾਨੀ ਜ਼ਿਆਦਾ ਦੇਰ ਇਹਦੇ 'ਚ ਨਹੀਂ ਰਹਿਣ ਦੇਣਾ। ਬਸ ਹਲਕਾ ਹਲਕਾ ਜਿਹਾ ਤਮਾਮ ਨੂੰ ਐਵੇਂ ਕਰਕੇ ਮਿਕਸ ਕਰਕੇ ਤੁਸੀਂ ਸ਼ੀਰਾ ਲਾਉਣਾ ਹੈ। ਸ਼ੀਰਾ ਲਾਉਣ ਤੋਂ ਬਾਅਦ ਤੁਸੀਂ ਇਹਨਾਂ ਸਭ ਨੂੰ ਇਹਦੇ ਵਿੱਚੋਂ ਕੱਢ ਲੈਣਾ, ਕਿਉਂਕਿ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਦੇਰ ਤੱਕ ਪਕਾਉਣਾ ਨਹੀਂ ਹੈ। ਬਸ ਅਸੀਂ ਇਹਨਾਂ ਨੂੰ ਹਲਕਾ ਜਿਹਾ ਮਿਕਸ ਕੀਤਾ ਸੀ। ਮਿਕਸ ਕਰਨ ਤੋਂ ਬਾਅਦ ਹੁਣ ਇਹਨਾਂ ਸਭ ਨੂੰ ਅਸੀਂ ਇਹਦੇ ਵਿੱਚੋਂ ਕੱਢ ਲਵਾਂਗੇ। ਕੱਢ ਕੇ ਆਪਾਂ ਇਹਨਾਂ ਨੂੰ ਰੱਖ ਲਵਾਂਗੇ ਕਿਸੇ ਵੀ ਪਲੇਟ ਵਿੱਚ। ਜੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਬਿਲਕੁਲ ਜਿਵੇਂ ਆਪਾਂ ਪਹਿਲੇ ਨਮਕੀਨ ਬਣਾਈਆਂ ਸੀ ਨਾ ਉਵੇਂ ਵੀ ਖਾ ਸਕਦੇ ਹੋ, ਨਹੀਂ ਤਾਂ ਹਲਕਾ ਜੇ ਤੁਸੀਂ ਇਹਨਾਂ ਨੂੰ ਮਿੱਠਾ ਲਾ ਲਵੋਗੇ ਨਾ ਤਾਂ ਬਹੁਤ ਜ਼ਿਆਦਾ ਤੁਹਾਨੂੰ ਮਿੱਠਾ ਅਤੇ ਨਮਕੀਨ ਦੋਨਾਂ ਦਾ ਮਜ਼ਾ ਇੰਚ ਆਏਗਾ ਅਤੇ ਬਹੁਤ ਜ਼ਿਆਦਾ ਤੁਹਾਨੂੰ ਟੇਸਟੀ ਅਤੇ ਮਜ਼ੇ ਦੀਆਂ ਲੱਗਣਗੀਆਂ। ਅਤੇ ਜ਼ਰੂਰ ਤੁਸੀਂ ਬਣਾਇਆ ਜੇ, ਅਤੇ ਬਣਾ ਕੇ ਤੁਸੀਂ ਸਾਨੂੰ ਕਮੈਂਟ 'ਚ ਜ਼ਰੂਰ ਦੱਸਿਆ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਜਿਹੜੀ ਹੈ ਨਾ ਉਹ ਕਿਵੇਂ ਦੀ ਲੱਗੀ। ਬਹੁਤ ਜ਼ਿਆਦਾ ਕਮਾਲ ਦੀ ਬਣਦੀ ਹੈ, ਬਹੁਤ ਜ਼ਿਆਦਾ ਜਲਦੀ ਬਣ ਜਾਂਦੀ ਹੈ। ਬਾਕੀ ਅੱਲਾਹ ਪਾਕ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ, ਦੁਆਵਾਂ ਯਾਦ ਰੱਖਿਆ ਜੇ। ਅੱਲਾ ਹਾਫਿਜ਼।